ਹੈਲੋ ਸਟੂਡੈਂਟਸ, ਅੱਜ ਦੇ ਲੈਕਚਰ ਦੇ ਵਿੱਚ ਅਸੀਂ ਜਿਹੜਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਜੀ ਹਿਚਿੰਗ ਆਫ ਇੰਪਲੀਮੈਂਟਸ। ਹਿਚ ਹੁੰਦਾ ਮੀਨਸ ਖਿੱਚਣਾ, ਇੰਪਲੀਮੈਂਟਸ ਮੀਨਸ ਜਿਹੜੇ ਅਸੀਂ ਟਰੈਕਟਰ ਦੇ ਨਾਲ ਪਿੱਛੇ ਟਰਾਲੀ ਅਟੈਚ ਕਰਦੇ ਹਾਂ ਜਾਂ ਮਸ਼ੀਨਾਂ ਅਟੈਚ ਕਰਦੇ ਹਾਂ, ਪਲੋ ਅਟੈਚ ਕਰਦੇ ਹਾਂ, ਸਪਰੇਅਰ ਅਟੈਚ ਕਰਦੇ ਹਾਂ। ਜਿਹੜੀ ਵੀ ਚੀਜ਼ ਆਪਾਂ ਟਰੈਕਟਰ ਦੇ ਪਿੱਛੇ ਅਟੈਚ ਕਰਕੇ ਕਿਤੇ ਲੈ ਕੇ ਜਾਂਦੇ ਹਾਂ ਉਹਨੂੰ ਅਸੀਂ ਇੰਪਲੀਮੈਂਟ ਕਹਿੰਦੇ ਹਾਂ। ਹਿਚ ਮੀਨਸ ਉਹਨੂੰ ਅਸੀਂ ਟਰੈਕਟਰ ਦੇ ਨਾਲ ਜੋੜਦੇ ਕਿੱਦਾਂ ਪਏ ਹਾਂ। ਠੀਕ ਹੈ ਜੀ, ਹਿਚ ਅਸੀਂ ਕਹਿੰਦੇ ਹਾਂ ਵੀ ਟਰੈਕਟਰ ਦੇ ਨਾਲ ਅਸੀਂ ਉਸ ਚੀਜ਼ ਨੂੰ ਜੋੜਦੇ ਕਿੱਦਾਂ ਪਏ ਹਾਂ। ਸੋ ਅੱਜ ਦੇ ਲੈਕਚਰ 'ਚ ਆਪਾਂ ਜਿਹੜਾ ਟੌਪਿਕ ਡਿਸਕਸ ਕਰਾਂਗੇ ਉਹ ਇਹੀ ਹੈ ਜੀ, ਹਿਚਿੰਗ ਆਫ ਇੰਪਲੀਮੈਂਟਸ। ਟਰੈਕਟਰਸ ਯੂਜ਼ਡ ਫॉर ਫਾਰਮ ਇੰਪਲੀਮੈਂਟਸ ਹੈਵ ਟੂ ਕੈਰੀ ਐਂਡ ਪੁੱਲ ਲੋਡ। ਜਿਹੜੇ ਟਰੈਕਟਰ ਅਸੀਂ ਫਾਰਮ 'ਚ ਯੂਜ਼ ਕਰਦੇ ਹਾਂ, ਖੇਤਾਂ 'ਚ ਯੂਜ਼ ਕਰਦੇ ਹਾਂ ਜਾਂ ਉਹਨਾਂ ਦੇ ਇੰਪਲੀਮੈਂਟਸ ਲਈ ਯੂਜ਼ ਕਰਦੇ ਹਾਂ, ਉਹਨਾਂ ਟਰੈਕਟਰਸ ਨੂੰ ਹੈਵ ਟੂ ਕੈਰੀ ਐਂਡ ਪੁੱਲ ਲੋਡ, ਉਹਨਾਂ ਨੂੰ ਭਾਰ ਚੱਕਣਾ ਵੀ ਪੈਂਦਾ ਅਤੇ ਭਾਰ ਖਿੱਚਣਾ ਵੀ ਪੈਂਦਾ ਹੈ। ਟਰੈਕਟਰਸ ਯੂਜ਼ਡ ਫॉर ਫਾਰਮ ਇੰਪਲੀਮੈਂਟਸ ਹੈਵ ਟੂ ਕੈਰੀ, ਉਹਨਾਂ ਨੂੰ ਕੈਰੀ ਕਰਨਾ ਪੈਂਦਾ, ਮਤਲਬ ਭਾਰ ਚੱਕਣਾ ਵੀ ਪਏਗਾ, ਅਤੇ ਪੁੱਲ ਮੀਨਸ ਖਿੱਚਣਾ ਵੀ ਪਏਗਾ। ਕੀ ਚੀਜ਼ ਨੂੰ? ਲੋਡ, ਮਤਲਬ ਟਰੈਕਟਰਸ ਨੂੰ ਲੋਡ ਪੁੱਲ ਵੀ ਕਰਨਾ ਪਏਗਾ, ਖਿੱਚਣਾ ਵੀ ਪਏਗਾ ਅਤੇ ਚੱਕਣਾ ਵੀ ਪਏਗਾ। ਟੂ ਗੈਟ ਦੀ ਬੈਸਟ ਆਊਟ ਆਫ ਏ ਟਰੈਕਟਰ ਐਂਡ ਦੀ ਇੰਪਲੀਮੈਂਟ, ਫਸਟ ਪ੍ਰੀ ਰਿਕੁਇਜ਼ਾਈਟ ਇਜ਼ ਦੀ ਮੈਚਿੰਗ ਇੰਪਲੀਮੈਂਟ। ਕਹਿੰਦੇ ਜੇ ਅਸੀਂ ਆਪਣੇ ਟਰੈਕਟਰ ਕੋਲੋਂ ਅਤੇ ਆਪਣੇ ਇੰਪਲੀਮੈਂਟ ਕੋਲੋਂ ਬੈਸਟ ਐਫੀਸ਼ੀਐਂਸੀ ਲੈਣਾ ਚਾਹੁੰਦੇ ਹਾਂ, ਸਹੀ ਤਰ੍ਹਾਂ ਕੰਮ ਲੈਣਾ ਚਾਹੁੰਦੇ ਹਾਂ, ਅਤੇ ਸਭ ਤੋਂ ਜਿਹੜੀ ਪਹਿਲੀ ਰਿਕੁਆਇਰਮੈਂਟ ਹੈ, ਫਸਟ ਪ੍ਰੀ ਰਿਕੁਇਜ਼ਾਈਟ ਇਜ਼ ਦੀ ਮੈਚਿੰਗ ਇੰਪਲੀਮੈਂਟ। ਪਹਿਲੀ ਜਿਹੜੀ ਰਿਕੁਆਇਰਮੈਂਟ ਹੈ ਉਹ ਹੈ ਜੀ ਮੈਚਿੰਗ ਇੰਪਲੀਮੈਂਟ। ਸੈਕਿੰਡ ਇਜ਼ ਹਾਊ ਦੀ ਇੰਪਲੀਮੈਂਟ ਇਜ਼ ਹਿਚਡ ਟੂ ਦੀ ਟਰੈਕਟਰ, ਅਤੇ ਦੂਜਾ ਹੈ ਜੀ ਵੀ ਆਪਾਂ ਇੰਪਲੀਮੈਂਟ ਨੂੰ ਟਰੈਕਟਰ ਦੇ ਨਾਲ ਹਿੱਚ ਕਿੱਦਾਂ ਕੀਤਾ ਹੈ, ਜੋੜਿਆ ਕਿੱਦਾਂ। ਠੀਕ ਹੈ, ਮੰਨ ਲਓ ਟਰੈਕਟਰ ਦੇ ਪਿੱਛੇ ਆਪਾਂ ਟਰਾਲੀ ਲਗਾਉਣਾ ਚਾਹੁੰਦੇ ਹਾਂ। ਠੀਕ ਹੈ, ਟਰੈਕਟਰ ਨੂੰ ਟਰਾਲੀ ਦੇ ਨਾਲ ਜੋੜਿਆ ਕਿੱਦਾਂ ਗਿਆ। ਠੀਕ ਹੈ, ਨੱਕਲ ਜੁਆਇੰਟ ਰਾਹੀਂ ਜੋੜਿਆ ਗਿਆ ਜਾਂ ਡਰਾ ਬਾਰ ਦੇ ਨਾਲ ਜੋੜਿਆ ਗਿਆ। ਕਿੱਦਾਂ ਜੋੜਿਆ ਗਿਆ? ਇੱਕ ਤਾਂ ਉਹ, ਦੂਜਾ ਵੀ ਆਪਾਂ ਟਰੈਕਟਰ ਦੇ ਪਿੱਛੇ ਸਹੀ ਟਰਾਲੀ ਜੋੜੀ। ਇਹ ਤਾਂ ਨਹੀਂ ਵੀ ਟਰੈਕਟਰ ਜ਼ਿਆਦਾ ਉੱਚਾ ਸੀਗਾ ਟਰਾਲੀ ਨੀਵੀਂ ਸੀਗੀ, ਜਾਂ ਟਰੈਕਟਰ ਨੀਵਾਂ ਸੀਗਾ ਟਰਾਲੀ ਉੱਚੀ ਸੀਗੀ। ਕੁਛ ਮਸ਼ੀਨਾਂ ਇੱਦਾਂ ਦੀਆਂ ਆਉਂਦੀਆਂ ਨੇ ਜਿਨ੍ਹਾਂ ਦੀ ਹਾਈਟ ਘੱਟ ਹੈ, ਬਟ ਆਪਾਂ ਉਹਨੂੰ ਟਰੈਕਟਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਕਈਆਂ ਮਸ਼ੀਨਾਂ ਦੀ ਹਾਈਟ ਜ਼ਿਆਦਾ ਹੈ, ਉਹਨੂੰ ਅਸੀਂ ਟਰੈਕਟਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਜਦੋਂ ਵੀ ਅਸੀਂ ਕਿਸੇ ਇੰਪਲੀਮੈਂਟ ਨੂੰ ਟਰੈਕਟਰ ਦੇ ਨਾਲ ਹਿੱਚ ਕਰਨਾ ਹੈ ਅਤੇ ਦੋ ਗੱਲਾਂ ਦਾ ਖਿਆਲ ਰੱਖਣਾ ਹੈ। ਪਹਿਲਾ ਮੈਚਿੰਗ ਇੰਪਲੀਮੈਂਟ, ਵੀ ਜਿਹੜਾ ਅਸੀਂ ਇੰਪਲੀਮੈਂਟ ਅਟੈਚ ਕਰੀਏ ਉਹ ਮੈਚ ਕਰਦਾ ਹੋਵੇ ਟਰੈਕਟਰ ਦੇ ਨਾਲ। ਦੂਜਾ ਕੀ ਹੈ, ਸੈਕਿੰਡ ਕੀ ਹੈ, ਹਾਊ ਦੀ ਇੰਪਲੀਮੈਂਟ ਇਜ਼ ਹਿਚਡ ਟੂ ਏ ਟਰੈਕਟਰ, ਵੀ ਟਰੈਕਟਰ ਦੇ ਨਾਲ ਇੰਪਲੀਮੈਂਟ ਨੂੰ ਹਿੱਚ ਕਿੱਦਾਂ ਕੀਤਾ ਗਿਆ, ਕਿਹੜੇ ਮੈਥਡ ਦੇ ਨਾਲ ਕੀਤਾ ਗਿਆ। ਅੱਗੇ ਅਸੀਂ ਮੈਥਡ ਸਟੱਡੀ ਕਰਾਂਗੇ, ਉਹਨਾਂ 'ਚ ਆਪਾਂ ਦੇਖਾਂਗੇ ਵੀ ਕਿਸ ਮੈਥਡ ਦੇ ਨਾਲ ਆਪਾਂ ਇੰਪਲੀਮੈਂਟ ਨੂੰ ਟਰੈਕਟਰ ਦੇ ਨਾਲ ਹਿੱਚ ਕੀਤਾ। ਇਫ ਇਟ ਇਜ਼ ਪ੍ਰੋਪਰਲੀ ਹਿਚਡ, ਇੰਪਰੋਪਰਲੀ ਹਿਚਡ, ਇਟ ਵਿਲ ਰਿਜ਼ਲਟ ਇਨ ਟੂ, ਕਹਿੰਦੇ ਜੇਕਰ ਅਸੀਂ ਉਹਨੂੰ ਸਹੀ ਤਰ੍ਹਾਂ ਹਿੱਚ ਨਹੀਂ ਕਰਾਂਗੇ, ਕਿਸੇ ਇੰਪਲੀਮੈਂਟ ਨੂੰ ਟਰੈਕਟਰ ਦੇ ਨਾਲ ਸਹੀ ਤਰ੍ਹਾਂ ਹਿੱਚ ਨਹੀਂ ਕਰਾਂਗੇ ਅਤੇ ਉਹਦੇ ਨੁਕਸਾਨ ਹੋਣਗੇ। ਉਹਦੇ ਕਿਹੜੇ ਕਿਹੜੇ ਨੁਕਸਾਨ ਹੋਣਗੇ? ਉਹਦੇ 'ਚ ਨੰਬਰ 1 ਕੀ ਹੈ, ਵੇਸਟੇਜ ਆਫ ਪਾਵਰ। ਜਿਹੜੀ ਪਾਵਰ ਹੈ ਉਹ ਵੇਸਟ ਜਾਊਗੀ। ਜਿਹੜੀ ਟਰੈਕਟਰ ਦੀ ਪਾਵਰ, ਟਰੈਕਟਰ ਜਿਹੜੀ ਪਾਵਰ ਪੈਦਾ ਕਰਦਾ ਪਿਆ ਉਹ ਜੇ ਇੰਪਲੀਮੈਂਟ ਸਹੀ ਤਰ੍ਹਾਂ ਅਟੈਚ ਨਹੀਂ ਕੀਤਾ ਗਿਆ ਤਾਂ ਆਪਾਂ ਪਾਵਰ ਨੂੰ ਵੇਸਟ ਕਰਦੇ ਪਏ ਹਾਂ। ਦੂਜਾ, ਐਕਸੈਸਿਵ ਲੋਡ ਔਨ ਸਟੇਅਰਿੰਗ, ਸਟੇਅਰਿੰਗ ਦੇ ਉੱਤੇ ਐਕਸੈਸਿਵ ਲੋਡ ਪਏਗਾ। ਫੋਰ ਐਗਜ਼ਾਮਪਲ, ਜੇ ਮੰਨ ਲਓ ਤੁਸੀਂ ਇੱਕ ਬਾਈਕ ਚਲਾਉਂਦੇ ਪਏ ਹੋ, ਬਾਈਕ ਦੇ ਪਿੱਛੇ ਤੁਸੀਂ ਕਿਸੇ ਚੀਜ਼ ਨੂੰ ਅਟੈਚ ਕਰ ਲਿਆ, ਬਾਈਕ ਦੇ ਪਿੱਛੇ ਮੰਨ ਲਓ 3 ਜਣੇ ਬੈਠ ਕੇ, ਠੀਕ ਹੈ, ਤਾਂ ਵੀ ਤੁਹਾਡਾ ਸਟੇਅਰਿੰਗ 'ਤੇ ਕੰਟਰੋਲ ਨਹੀਂ ਰਹਿਣਾ। ਠੀਕ ਹੈ, ਜਾਂ ਤੁਸੀਂ ਬਾਈਕ ਦੇ ਪਿੱਛੇ ਆਪਣੇ ਕਿਸੇ ਚੀਜ਼ ਨੂੰ ਅਟੈਚ ਕਰ ਲੈਂਦੇ ਹੋ, ਭਾਰ ਅਟੈਚ ਕਰ ਲੈਂਦੇ ਹੋ, ਤਾਂ ਵੀ ਤੁਹਾਡਾ ਸਟੇਅਰਿੰਗ 'ਤੇ ਕੰਟਰੋਲ ਨਹੀਂ ਰਹਿਣਾ। ਤੁਸੀਂ ਦੇਖਿਆ ਹੋਏਗਾ ਅੱਜ ਕੱਲ੍ਹ ਰੇਹੜੀਆਂ ਆਈਆਂ ਨੇ, ਉਹ ਰੇਹੜੀਆਂ ਦੇ ਅੱਗੇ ਬਾਈਕ ਹੈ, ਬਾਈਕ ਉਹਨੇ ਪੁਰਾਣੀ ਬਾਈਕ ਲੈ ਕੇ ਪਿੱਛੇ ਰੇਹੜੀ ਜਿਹੀ ਅਟੈਚ ਕਰਦੀ ਅਤੇ ਉਹਦੇ 'ਤੇ ਸਮਾਨ ਰੱਖ ਕੇ ਜਿੱਥੇ ਮਰਜ਼ੀ ਲੋਡ ਕਰਕੇ ਉਹ ਲੈ ਜਾਂਦੇ ਨੇ। ਠੀਕ ਹੈ, ਇਹਦਾ ਮਤਲਬ ਕੀ ਹੈ ਵੀ ਜਦੋਂ ਬਾਈਕ ਦੇ ਪਿੱਛੇ ਇੱਦਾਂ ਰੇਹੜੀ ਨਾਲ ਆਪਾਂ ਸਮਾਨ ਅਟੈਚ ਕਰ ਲੈਂਦੇ ਹਾਂ ਅਤੇ ਸਾਡਾ ਜਿਹੜਾ ਸਟੇਅਰਿੰਗ ਉੱਤੇ ਕੰਟਰੋਲ ਹੈ ਨਾ ਉਹ ਨਹੀਂ ਰਹਿੰਦਾ। ਠੀਕ ਹੈ, ਤੁਸੀਂ ਉੱਦਾਂ ਬਾਈਕ ਭਾਵੇਂ ਹੱਥ ਛੱਡ ਕੇ ਵੀ ਥੋੜ੍ਹੀ ਦੇਰ ਡਰਾਈਵ ਕਰ ਲਓ, ਬਟ ਜੇ ਪਿੱਛੇ ਲੋਡ ਆਪਾਂ ਅਟੈਚ ਕਰਤਾ ਨਾ, ਫਿਰ ਤੁਹਾਡਾ ਜਿਹੜਾ ਸਟੇਅਰਿੰਗ ਉੱਤੇ ਕੰਟਰੋਲ ਹੈ ਉਹ ਨਹੀਂ ਰਹਿਣਾ। ਤੁਸੀਂ ਸਟੇਅਰਿੰਗ ਛੱਡ ਹੀ ਨਹੀਂ ਸਕਦੇ। ਤੁਸੀਂ ਸਟੇਅਰਿੰਗ ਛੱਡੋਗੇ ਤੁਹਾਡੀ ਬਾਈਕ ਨੇ ਉਸੇ ਟਾਈਮ ਡੋਲ ਜਾਣਾ। ਇਸ ਕਰਕੇ
ਸਟੀਅਰਿੰਗ ਉੱਤੇ ਲੋਡ ਜਿਹੜਾ ਉਹ ਜ਼ਿਆਦਾ ਪਏਗਾ ਜੇ ਇੰਪਲੀਮੈਂਟ ਪੂਰੀ ਤਰ੍ਹਾਂ ਹਿੱਚ ਨਹੀਂ ਕੀਤਾ ਹੋਏਗਾ। ਪਾਵਰ ਜਿਹੜੀ ਹੈ ਉਹ ਵੇਸਟ ਹੋਏਗੀ। ਤੀਸਰਾ, ਅਨਈਵਨ ਪਲੋਇੰਗ, ਜੇ ਤੁਸੀਂ ਖੇਤੀ ਕਰਦੇ ਪਏ ਹੋ, ਖੇਤ ਵਾਹੁੰਦੇ ਪਏ ਹੋ, ਪਲੋਹ ਚਲਾਉਂਦੇ ਪਏ ਹੋ, ਅਤੇ ਉਹ ਵੀ ਨਹੀਂ ਸਹੀ ਤਰ੍ਹਾਂ ਚੱਲੇਗਾ। ਜੇ ਤੁਸੀਂ ਟਰੈਕਟਰ ਦੇ ਨਾਲ ਪਲੋਹ ਨੂੰ ਸਹੀ ਤਰ੍ਹਾਂ ਹਿੱਚ ਨਹੀਂ ਕੀਤਾ ਹੋਇਆ ਤੇ ਉਹ ਵੀ ਸਹੀ ਤਰ੍ਹਾਂ ਕੰਮ ਨਹੀਂ ਕਰੇਗਾ, ਸਹੀ ਤਰ੍ਹਾਂ ਨਹੀਂ ਚੱਲੇਗਾ। ਅਨਈਵਨ ਟਰਾਂਸਫਰ ਆਫ ਲੋਡ ਔਨ ਟਰੈਕਟਰ ਰਿਜ਼ਲਟਿੰਗ ਇਨ ਫਾਸਟ ਵੇਅਰਿੰਗ ਆਫ ਪਾਰਟਸ, ਜੇ ਲੋਡ ਸਹੀ ਤਰ੍ਹਾਂ ਟਰਾਂਸਫਰ ਨਹੀਂ ਹੋਏਗਾ, ਇੰਪਲੀਮੈਂਟ ਸਹੀ ਤਰ੍ਹਾਂ ਜਦੋਂ ਹਿੱਚ ਨਹੀਂ ਹੋਣਗੇ ਉਦੋਂ ਫਿਰ ਲੋਡ ਵੀ ਸਹੀ ਤਰ੍ਹਾਂ ਟਰਾਂਸਫਰ ਨਹੀਂ ਹੋਏਗਾ, ਅਨਈਵਨ ਟਰਾਂਸਫਰ ਹੋਏਗਾ। ਉਹਦੇ ਕਾਰਨ ਕੀ ਹੋਏਗਾ, ਜਿਹੜੇ ਪਾਰਟਸ ਨੇ ਟਰੈਕਟਰ ਦੇ ਉਹ ਜਲਦੀ ਘਸਣਗੇ, ਉਹਨਾਂ 'ਚ ਜਿਹੜੀ ਵੇਅਰਿੰਗ ਹੈ ਉਹ ਵੀ ਫਾਸਟ ਹੋ ਜਾਏਗੀ ਜੇ ਤੁਸੀਂ ਟਰੈਕਟਰ ਨੂੰ ਸਹੀ ਤਰ੍ਹਾਂ ਹਿੱਚ ਨਹੀਂ ਕਰੋਗੇ। ਬ੍ਰੇਕਿੰਗ ਆਫ ਇੰਪਲੀਮੈਂਟਸ ਔਰ ਫਾਸਟ ਵੇਅਰਿੰਗ ਆਫ ਇੰਪਲੀਮੈਂਟਸ ਡਿਊ ਟੂ ਐਕਸੈਸਿਵ ਲੋਡ, ਜ਼ਿਆਦਾ ਲੋਡ ਦੇ ਕਾਰਨ ਜਿਹੜੇ ਤੁਹਾਡੇ ਇੰਪਲੀਮੈਂਟਸ ਨੇ ਉਹ ਜਲਦੀ ਖਰਾਬ ਹੋਣ ਲੱਗ ਪੈਣਗੇ ਜਾਂ ਉਹ ਟੁੱਟਣ ਲੱਗ ਪੈਣਗੇ। ਇਸ ਕਰਕੇ ਟਰੈਕਟਰ ਦੇ ਨਾਲ ਜਦੋਂ ਕੋਈ ਵੀ ਇੰਪਲੀਮੈਂਟ ਨੂੰ ਅਸੀਂ ਹਿੱਚ ਕਰਨਾ ਹੈ, ਖਿਆਲ ਰੱਖਣਾ ਹੈ ਵੀ ਉਹ ਸਹੀ ਤਰ੍ਹਾਂ ਹਿੱਚ ਕੀਤਾ ਜਾਵੇ ਅਤੇ ਸਹੀ ਤਰੀਕੇ ਦਾ ਇੰਪਲੀਮੈਂਟ ਆਪਾਂ ਯੂਜ਼ ਕਰੀਏ। ਜੇ ਆਪਾਂ ਸਹੀ ਤਰ੍ਹਾਂ ਉਹਨੂੰ ਹਿੱਚ ਨਹੀਂ ਕਰਾਂਗੇ ਅਤੇ ਜਿਹੜੇ ਇਹ ਨੁਕਸਾਨ ਨੇ, 5 ਨੁਕਸਾਨ ਨੇ, 5 ਡਿਸਐਡਵਾਂਟੇਜ ਨੇ, 5 ਰਿਜ਼ਲਟ ਨੇ ਜਿਹੜੇ ਹੋਣਗੇ, ਉਹ ਕਿਹੜੇ ਕਿਹੜੇ ਸੀਗੇ? ਵੇਸਟੇਜ ਆਫ ਪਾਵਰ, ਪਾਵਰ ਵੇਸਟ ਹੋਏਗੀ, ਸਟੀਅਰਿੰਗ ਉੱਤੇ ਜ਼ਿਆਦਾ ਲੋਡ ਪਏਗਾ, ਪਲੋਇੰਗ ਵੀ ਤੁਹਾਡੀ ਅਨਈਵਨ ਹੋਏਗੀ, ਅਨਈਵਨ ਟਰਾਂਸਫਰ ਆਫ ਲੋਡ, ਜਿਹੜਾ ਲੋਡ ਹੈ ਉਹ ਵੀ ਅਨਈਵਨ ਜਦੋਂ ਟਰਾਂਸਫਰ ਹੋਏਗਾ ਅਤੇ ਕੀ ਹੋਏਗਾ, ਜਿਹੜੇ ਪਾਰਟਸ ਨੇ ਟਰੈਕਟਰ ਦੇ ਉਹ ਜਲਦੀ ਘਸਣਾ ਸਟਾਰਟ ਕਰ ਦੇਣਗੇ ਅਤੇ ਇੰਪਲੀਮੈਂਟ ਜਿਹੜੇ ਨੇ ਉਹ ਟੁੱਟਣ ਲੱਗ ਪੈਣਗੇ ਜਾਂ ਖਰਾਬ ਹੋਣ ਲੱਗ ਪੈਣਗੇ ਜੇ ਇੱਕਦਮ ਜ਼ਿਆਦਾ ਲੋਡ ਆਪਾਂ ਪਾਤਾ। ਬਿਫੋਰ ਵੀ ਸਟੱਡੀ ਫਰਦਰ ਲੈਟ ਅਸ ਸਟੱਡੀ ਦੀ ਟਾਈਪ ਆਫ ਡਰਾ ਬਾਰ ਅਵੇਲੇਬਲ ਫॉर ਹਿਚਿੰਗ ਪਰਪਸ। ਕਹਿੰਦੇ ਇਸ ਤੋਂ ਪਹਿਲੇ ਆਪਾਂ ਅੱਗੇ ਸਟੱਡੀ ਕਰੀਏ, ਪਹਿਲੇ ਅਸੀਂ ਨਾ ਇੱਕ ਵਾਰ ਦੇਖ ਲਈਏ ਵੀ ਡਰਾ ਬਾਰ ਦੀਆਂ ਕਿਹੜੀਆਂ ਕਿਹੜੀਆਂ ਟਾਈਪਸ ਅਵੇਲੇਬਲ ਨੇ ਹਿਚਿੰਗ ਦੇ ਲਈ। ਜੇ ਅਸੀਂ ਕਿਸੇ ਚੀਜ਼ ਨੂੰ ਹਿਚ ਕਰਨਾ ਚਾਹੁੰਦੇ ਹਾਂ ਅਤੇ ਉਹਦੇ ਲਈ ਕਿਹੜੀਆਂ ਕਿਹੜੀਆਂ ਡਰਾ ਬਾਰ ਦੀਆਂ ਟਾਈਪਸ ਅਵੇਲੇਬਲ ਨੇ। ਪਹਿਲੇ ਉਹ ਗੱਲ ਕਰਦੇ ਨੇ ਡਰਾ ਬਾਰ, ਵੀ ਡਰਾ ਬਾਰ ਹੈ ਕੀ। ਟਰੈਕਟਰ ਪੁਲਸ ਏ ਲੋਟ ਆਫ ਐਗਰੀਕਲਚਰ ਇੰਪਲੀਮੈਂਟ ਸਚ ਐਜ਼ ਸੀਡ ਡਰਿਲ, ਟਰੈਕਟਰ ਟਰੋਲੀ ਐਟਸੈਟਰਾ। ਕਹਿੰਦੇ ਟਰੈਕਟਰ ਜਿਹੜਾ ਨਾ ਉਹਨੂੰ ਬੜੀਆਂ ਤਰ੍ਹਾਂ ਦੀਆਂ ਮਸ਼ੀਨਾਂ ਆਪਣੇ ਨਾਲ ਖਿੱਚਣੀਆਂ ਪੈਂਦੀਆਂ ਨੇ। ਐਗਰੀਕਲਚਰ ਇੰਪਲੀਮੈਂਟਸ ਜਿਹੜੇ ਨੇ ਉਹ ਆਪਣੇ ਨਾਲ ਖਿੱਚਣੇ ਪੈਂਦੇ ਨੇ। ਉਹਦੇ 'ਚ ਹੁਣ ਸੀਡ ਡਰਿਲ ਆ ਗਈ, ਸਪਰੇਅਰ ਆ ਗਿਆ, ਫਰਟੀਲਾਈਜ਼ਰ ਸਪਰੇਅਰ ਆ ਗਿਆ, ਟਰਾਲੀ ਆ ਗਈ, ਠੀਕ ਹੈ। ਇਹਦੇ ਤੋਂ ਇਲਾਵਾ ਜੇ ਆਪਾਂ ਕੰਸਟਰਕਸ਼ਨ ਵਾਲੇ ਪਾਸੇ ਚਲੇ ਜਾਈਏ ਅਤੇ ਉਹਦੇ 'ਚ ਜਿਹੜਾ ਕੰਕਰੀਟ ਮਿਕਸਰ ਆਉਂਦਾ ਉਹਨੂੰ ਖਿੱਚਣਾ ਪੈ ਗਿਆ, ਜਨਰੇਟਰ ਖਿੱਚਣੇ ਪੈ ਗਏ। ਇੱਦਾਂ ਟਰੈਕਟਰ ਨੂੰ ਕਾਫੀ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਉਹ ਖਿੱਚਣੀਆਂ ਪੈਂਦੀਆਂ ਨੇ। ਵਾਟਰ ਟੈਂਕ ਵੀ ਆਪਾਂ ਟਰੈਕਟਰ ਨਾਲ ਖਿੱਚ ਕੇ ਲਿਆਉਂਦੇ ਹਾਂ, ਠੀਕ ਹੈ। ਆਲ ਦਿਸ ਇੰਪਲੀਮੈਂਟਸ ਆਰ ਹਿਚ ਟੂ ਦੀ ਟਰੈਕਟਰ ਵਿਦ ਦੀ ਹੈਲਪ ਆਫ ਦੀ ਡਰਾ ਬਾਰ। ਇਹ ਜਿੰਨੇ ਵੀ ਇੰਪਲੀਮੈਂਟ ਨੇ ਇਹ ਸਾਰੇ ਦੇ ਸਾਰੇ ਹਿਚ ਕੀਤੇ ਜਾਂਦੇ ਨੇ ਟਰੈਕਟਰ ਦੇ ਨਾਲ ਵਿਦ ਦੀ ਹੈਲਪ ਆਫ ਡਰਾ ਬਾਰ। ਮਤਲਬ ਇੱਕ ਡਰਾ ਬਾਰ ਲੱਗੀ ਹੈ, ਉਸ ਡਰਾ ਬਾਰ ਦੇ ਨਾਲ ਜੋੜ ਕੇ ਹੀ ਆਪਾਂ ਇੰਪਲੀਮੈਂਟ ਨੂੰ ਜਿਹੜੇ ਹਿਚ ਕਰਦੇ ਹਾਂ, ਖਿੱਚਦੇ ਹਾਂ। ਦੀਜ਼ ਆਰ ਬੇਸਿਕਲੀ 2 ਟਾਈਪਸ ਆਫ ਡਰਾ ਬਾਰਸ। ਕਹਿੰਦੇ ਬੇਸਿਕਲੀ ਜਿਹੜੀ ਡਰਾ ਬਾਰ ਦੀਆਂ ਟਾਈਪਸ ਨੇ ਉਹ 2 ਨੇ, 2 ਤਰ੍ਹਾਂ ਦੀ ਡਰਾ ਬਾਰ ਆਉਂਦੀ ਜੀ। ਦੀਜ਼ ਆਰ ਰੈਗੂਲਰ ਡਰਾ ਬਾਰ, 3 ਪੁਆਇੰਟ ਲਿੰਕੇਜ ਡਰਾ ਬਾਰ। ਇੱਕ ਨੂੰ ਅਸੀਂ ਕਹਿੰਦੇ ਹਾਂ ਰੈਗੂਲਰ ਡਰਾ ਬਾਰ ਅਤੇ ਇੱਕ ਨੂੰ ਅਸੀਂ ਕਹਿੰਦੇ ਹਾਂ 3 ਪੁਆਇੰਟ ਲਿੰਕੇਜ ਡਰਾ ਬਾਰ, ਠੀਕ ਹੈ ਜੀ। ਡਰਾ ਬਾਰ ਕੀ ਹੈ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਹੈ ਵੀ ਟਰੈਕਟਰ ਨੂੰ ਕਾਫੀ ਜ਼ਿਆਦਾ ਇੰਪਲੀਮੈਂਟਸ ਜਿਹੜੇ ਨੇ ਉਹ ਖਿੱਚਣੇ ਪੈਂਦੇ ਨੇ। ਉਹਨਾਂ ਇੰਪਲੀਮੈਂਟਸ ਨੂੰ ਖਿੱਚਣ ਦੇ ਲਈ ਜਿਹੜਾ ਇੰਪਲੀਮੈਂਟ ਹੈ ਉਹਨੂੰ ਡਰਾ ਬਾਰ ਦੇ ਨਾਲ ਹਿਚ ਕੀਤਾ ਜਾਂਦਾ, ਜੋੜਿਆ ਜਾਂਦਾ ਹੈ ਅਤੇ ਉਹਨੂੰ ਅਸੀਂ ਡਰਾ ਬਾਰ ਕਹਿੰਦੇ ਹਾਂ। ਜਿਹੜੇ ਪਾਰਟ ਨਾਲ ਟਰੈਕਟਰ ਨੂੰ ਇੰਪਲੀਮੈਂਟ ਨੂੰ ਜੋੜਿਆ ਜਾਂਦਾ ਹੈ। ਅਤੇ ਅੱਗੋਂ ਕੀ ਕਹਿੰਦੇ ਨੇ 2 ਤਰ੍ਹਾਂ ਦੀ ਡਰਾ ਬਾਰ ਹੈ, ਰੈਗੂਲਰ ਡਰਾ ਬਾਰ ਅਤੇ 3 ਪੁਆਇੰਟ ਲਿੰਕੇਜ ਡਰਾ ਬਾਰ। ਇਹ ਚੀਜ਼ ਹੈ ਡਰਾ ਬਾਰ। ਇਹ ਜਿਹੜੀ ਰੈੱਡ ਕਲਰ ਦੀ ਸਟ੍ਰਿਪ ਹੈ ਨਾ, ਰੈੱਡ ਕਲਰ ਦੀ ਰੋਡ ਹੈ, ਇਹਨੂੰ ਅਸੀਂ ਡਰਾ ਬਾਰ ਕਹਿੰਦੇ ਹਾਂ। ਜੇ ਅਸੀਂ ਉੱਦਾਂ ਦਿਖਦੇ ਹਾਂ ਅਤੇ ਇਹ ਚੀਜ਼ ਹੈ ਡਰਾ ਬਾਰ, ਠੀਕ ਹੈ। ਇਹਦੇ ਅੰਦਰ ਹੋਲ ਪ੍ਰੋਵਾਈਡਡ ਨੇ, ਹੋਲ ਤਾਂ ਪ੍ਰੋਵਾਈਡ ਕੀਤੇ ਗਏ ਨੇ, ਇਹਨੂੰ ਅਸੀਂ ਆਪਣੇ ਹਿਸਾਬ ਦੇ ਨਾਲ ਜਿਹੜੇ ਮਰਜ਼ੀ ਐਂਗਲ 'ਤੇ ਸੈੱਟ ਕਰ ਲਈਏ। ਮਤਲਬ ਆਪਾਂ ਜਿਹੜੇ ਮਰਜ਼ੀ ਹੋਲ ਦੇ ਵਿੱਚ ਇੰਪਲੀਮੈਂਟ ਨੂੰ ਅਟੈਚ ਕਰ ਸਕਦੇ ਹਾਂ, ਚਾਹੇ ਇੱਥੇ ਕਰ ਲਓ, ਚਾਹੇ ਸੈਂਟਰ ਵਾਲਿਆਂ 'ਚ ਕਰ ਲਓ, ਚਾਹੇ ਬਿਲਕੁਲ ਸੈਂਟਰ ਵਾਲੇ 'ਚ ਕਰ ਲਓ। ਉਹ ਅਕੋਰਡਿੰਗ ਟੂ ਇੰਪਲੀਮੈਂਟ, ਵੀ ਇੰਪਲੀਮੈਂਟ ਕਿੱਦਾਂ ਦਾ ਉਹਨੂੰ ਅਸੀਂ ਕਿੱਦਾਂ ਹਿਚ ਕਰਨਾ ਹੈ, ਉਹਦੇ ਅਕੋਰਡਿੰਗ ਅਸੀਂ ਸਿਲੈਕਟ ਕਰਦੇ ਹਾਂ ਵੀ ਇੰਪਲੀਮੈਂਟ ਕਿੱਦਾਂ ਅਟੈਚ ਹੋਏਗਾ। The regular drawbar is shown in figure in which you will see that the pull bar of drawbar is pivoted under the transmission box and drawbar angle can be changed by locking the drawbar on the sector plate where positioning holes are provided। ਕਹਿੰਦੇ ਜਿਹੜੀ ਤੁਸੀਂ ਇਹ ਦੇਖਦੇ ਪਏ ਹੋ ਇਹ ਇੱਕ ਰੈਗੂਲਰ ਡਰਾਬਾਰ ਹੈ। ਇਹ ਵਾਲੀ ਜਿਹੜੀ ਆਪਾਂ ਡਰਾਬਾਰ ਦੇਖੀ ਹੈ ਇੱਕ ਰੈਗੂਲਰ ਡਰਾਬਾਰ ਹੈ।
which you will see that the pull bar of drawbar is pivoted under the transmission box। ਜਿਹੜਾ ਟਰਾਂਸਮਿਸ਼ਨ ਬਾਕਸ ਹੈ, ਟਰਾਂਸਮਿਸ਼ਨ ਬਾਕਸ ਇੱਥੇ ਲੱਗਾ ਹੁੰਦਾ ਜੀ, ਇਹ ਟਰਾਂਸਮਿਸ਼ਨ ਬਾਕਸ ਹੈ। ਕਹਿੰਦੇ ਟਰਾਂਸਮਿਸ਼ਨ ਬਾਕਸ ਦੇ ਨੀਚੇ ਇਹਦੀ ਮੇਨ ਬਾਰ ਨੂੰ ਪਿਵਟ ਕੀਤਾ ਗਿਆ, ਮੇਨ ਬਾਰ ਨੂੰ ਜੋੜਿਆ ਗਿਆ ਹੈ। ਐਂਡ ਡਰਾਬਾਰ ਐਂਗਲ ਕੈਨ ਬੀ ਚੇਂਜਡ, ਜਿਹੜਾ ਡਰਾਬਾਰ ਦਾ ਐਂਗਲ ਹੈ ਉਹਨੂੰ ਚੇਂਜ ਕੀਤਾ ਜਾ ਸਕਦਾ ਹੈ ਬਾਈ ਲੌਕਿੰਗ ਦੀ ਡਰਾਬਾਰ। ਕਿੱਦਾਂ? ਜਿਹੜਾ ਡਰਾਬਾਰ ਹੈ ਉਹਨੂੰ ਲੌਕ ਕਰਕੇ ਔਨ ਸੈਕਟਰ ਪਲੇਟ, ਜਿਹੜੀ ਸੈਕਟਰ ਪਲੇਟ ਹੈ ਉਹਦੇ ਉੱਤੇ ਹੋਲਸ ਪ੍ਰੋਵਾਈਡ ਕੀਤੇ ਗਏ ਨੇ, ਵੇਅਰ ਪੋਜੀਸ਼ਨਿੰਗ ਹੋਲਸ ਆਰ ਪ੍ਰੋਵਾਈਡਿੰਗ। ਮਤਲਬ ਇਹ ਜਿਹੜੀ ਚੀਜ਼ ਹੈ ਨਾ, ਇਹ ਜਿਹੜੀਆਂ ਦੋ ਆਰਮਸ ਨੇ, ਇਹਨਾਂ ਨੂੰ ਅਸੀਂ ਜਿਹੜੇ ਮਰਜ਼ੀ ਹੋਲ ਦੇ ਵਿੱਚ ਪਾ ਕੇ ਕੱਸ ਸਕਦੇ ਹਾਂ। ਜਦੋਂ ਜਿਹੜੇ ਮਰਜ਼ੀ ਹੋਲ ਦੇ ਵਿੱਚ ਪਾ ਕੇ ਕੱਸਾਂਗੇ ਤਾਂ ਉਹਦੇ ਨਾਲ ਕੀ ਹੋਏਗਾ, ਇਹਦਾ ਜਿਹੜਾ ਐਂਗਲ ਹੈ ਉਹ ਆਪਾਂ ਆਪਣੇ ਅਕੋਰਡਿੰਗ ਫਿੱਟ ਕਰ ਸਕਦੇ ਹਾਂ। ਇਹ ਸੈਕਟਰ ਪਲੇਟ ਦੇ ਵਿੱਚ ਜਿਹੜੇ ਹੋਲ ਪ੍ਰੋਵਾਈਡ ਕੀਤੇ ਗਏ ਨੇ, ਉਹ ਹੋਲ ਤਾਂ ਹੀ ਪ੍ਰੋਵਾਈਡ ਕੀਤੇ ਗਏ ਤਾਂ ਜੋ ਆਪਾਂ ਨੂੰ ਜਿੱਥੇ ਮਰਜ਼ੀ ਲੌਕ ਕਰ ਸਕੀਏ। ਦੀ ਰੈਗੂਲਰ ਡਰਾਬਾਰ ਇਜ਼ ਸ਼ੋਨ ਇਨ ਫਿਗਰ। ਤੁਸੀਂ ਰੈਗੂਲਰ ਡਰਾਬਾਰ ਦੇਖ ਲਈ, ਜਿਹਦੇ 'ਚ ਤੁਸੀਂ ਦੇਖਿਆ ਕਿ ਵੀ ਜਿਹੜੀ ਪੁੱਲ ਬਾਰ ਹੈ ਉਹ ਡਰਾਬਾਰ ਦੇ ਨਾਲ ਪਿਵਟ ਕੀਤੀ ਗਈ ਹੈ ਅਤੇ ਟਰਾਂਸਮਿਸ਼ਨ ਬਾਕਸ ਦੇ ਨੀਚੇ ਪਿਵਟ ਕੀਤੀ ਗਈ ਹੈ। ਅਤੇ ਡਰਾਬਾਰ ਦਾ ਐਂਗਲ ਜਿਹੜਾ ਹੈ ਉਹਨੂੰ ਅਸੀਂ ਆਪਣੇ ਅਕੋਰਡਿੰਗ ਜਿੱਦਾਂ ਮਰਜ਼ੀ ਚੇਂਜ ਕਰ ਸਕਦੇ ਹਾਂ, ਲੌਕ ਕਰ ਸਕਦੇ ਹਾਂ ਔਨ ਦੀ ਡਰਾਬਾਰ ਔਨ ਦੀ ਸੈਕਟਰ ਪਲੇਟ ਵੇਅਰ ਦੀ ਪੋਜੀਸ਼ਨਿੰਗ ਹੋਲਸ ਆਰ ਪ੍ਰੋਵਾਈਡਡ। ਉੱਥੇ ਪੋਜੀਸ਼ਨਿੰਗ ਹੋਲਸ ਜਿਹੜੇ ਨੇ ਉਹ ਪ੍ਰੋਵਾਈਡ ਕੀਤੇ ਗਏ ਨੇ, ਉਹਨਾਂ ਹੋਲਸ ਦੇ ਵਿੱਚ ਆਪਾਂ ਸੈਟਿੰਗ ਕਰਕੇ ਜਿੱਦਾਂ ਮਰਜ਼ੀ ਡਰਾਬਾਰ ਨੂੰ ਲੌਕ ਕਰ ਸਕਦੇ ਹਾਂ। Provisions for mounted implements. In earlier paragraph, we have made a mention that certain types of implements are trailed by a tractor, and apart from this, there are other implements which are mounted on the tractor, such as tiller, etc. ਕਹਿੰਦੇ ਆਪਾਂ ਪਹਿਲੇ ਪੈਰਾਗ੍ਰਾਫ ਦੇ ਵਿੱਚ ਕੀ ਪੜ੍ਹਿਆ ਵੀ ਟਰੈਕਟਰ ਦੇ ਨਾਲ ਸਾਨੂੰ ਕਾਫੀ ਜ਼ਿਆਦਾ ਇੰਪਲੀਮੈਂਟ ਜਿਹੜੇ ਨੇ ਆਪਾਂ ਅਟੈਚ ਕਰਦੇ ਹਾਂ ਅਤੇ ਟਰੈਕਟਰ ਉਹਨਾਂ ਨੂੰ ਖਿੱਚਦਾ ਹੈ। ਕਹਿੰਦੇ ਇਸ ਤੋਂ ਇਲਾਵਾ ਹੋਰ ਵੀ ਇੰਪਲੀਮੈਂਟ ਨੇ ਜਿਹੜੇ ਟਰੈਕਟਰ ਦੇ ਨਾਲ ਅਸੀਂ ਮਾਊਂਟ ਕਰਦੇ ਹਾਂ, ਜਿਵੇਂ ਕਿ ਟਿੱਲਰ, ਠੀਕ ਹੈ, ਰੋਟਰੀ ਟਿਲਰ ਵਗੈਰਾ ਜਿਹੜੇ ਆਉਂਦੇ ਨੇ ਉਹ ਵੀ ਅਸੀਂ ਟਰੈਕਟਰ ਦੇ ਨਾਲ ਅਟੈਚ ਕਰਦੇ ਹਾਂ। ਫॉर ਮਾਊਂਟਿੰਗ ਡੀਸ ਇੰਪਲੀਮੈਂਟਸ 2 ਮਾਊਂਟਿੰਗ ਸਿਸਟਮਸ ਆਰ ਯੂਜ਼ਡ, ਥੀਸ ਆਰ 2 ਪੁਆਇੰਟ ਲਿੰਕੇਜ ਔਰ 3 ਪੁਆਇੰਟ ਲਿੰਕੇਜ। ਕਹਿੰਦੇ ਇੱਦਾਂ ਦੇ ਕੰਪੋਨੈਂਟਸ ਨੂੰ ਟਰੈਕਟਰ ਦੇ ਨਾਲ ਜੋੜਨ ਦੇ ਲਈ ਅਸੀਂ 2 ਤਰ੍ਹਾਂ ਦੇ ਸਿਸਟਮ ਯੂਜ਼ ਕਰਦੇ ਹਾਂ, 2 ਪੁਆਇੰਟ ਲਿੰਕੇਜ ਅਤੇ 3 ਪੁਆਇੰਟ ਲਿੰਕੇਜ। ਇਹ ਅਸੀਂ ਅੱਗੇ ਸਟੱਡੀ ਕਰਾਂਗੇ ਵੀ 2 ਪੁਆਇੰਟ ਲਿੰਕੇਜ ਕਿਹੜੇ ਨੇ ਅਤੇ 3 ਪੁਆਇੰਟ ਲਿੰਕੇਜ ਕਿਹੜੇ ਨੇ, ਉਹ ਅਸੀਂ ਅੱਗੇ ਸਟੱਡੀ ਕਰਾਂਗੇ 2 ਪੁਆਇੰਟ ਲਿੰਕੇਜ ਐਂਡ 3 ਪੁਆਇੰਟ ਲਿੰਕੇਜ ਬਾਰੇ। To get best result from the implements, it is necessary to how to hitch the implements correctly। ਕਹਿੰਦੇ ਜੇ ਅਸੀਂ ਕਿਸੇ ਇੰਪਲੀਮੈਂਟ ਕੋਲੋਂ ਬੈਸਟ ਰਿਜ਼ਲਟ ਲੈਣਾ ਹੈ, ਜਿਵੇਂ ਟਰੈਕਟਰ ਪਿੱਛੇ ਟਰਾਲੀ ਅਟੈਚ ਕੀਤੀ ਹੈ ਜਾਂ ਟਰੈਕਟਰ ਪਿੱਛੇ ਕੋਈ ਮਸ਼ੀਨ ਅਟੈਚ ਕੀਤੀ ਹੈ, ਜੇ ਅਸੀਂ ਉਹਦੇ ਕੋਲੋਂ ਬੈਸਟ ਰਿਜ਼ਲਟ ਲੈਣਾ ਨਾ, ਸਹੀ ਤਰ੍ਹਾਂ ਕੰਮ ਲੈਣਾ ਹੈ, ਅਤੇ ਸਾਨੂੰ ਉਹਨੂੰ ਸਹੀ ਤਰੀਕੇ ਨਾਲ ਹਿੱਚ ਕਰਨਾ ਜ਼ਰੂਰੀ ਹੋਏਗਾ, ਵੀ ਉਹਨੂੰ ਸਹੀ ਤਰ੍ਹਾਂ ਨਾਲ ਜੋੜਨਾ ਜ਼ਰੂਰੀ ਹੋਏਗਾ। ਫॉर ਦਿਸ ਯੂ ਮਸਟ ਨੋ ਐਂਡ ਲਰਨ। ਇਹਦੇ ਲਈ ਤੁਹਾਨੂੰ ਨਾ ਕੁਛ ਗੱਲਾਂ ਦਾ ਪਤਾ ਹੋਣਾ ਚਾਹੀਦਾ। ਉਹ ਗੱਲਾਂ ਕਿਹੜੀਆਂ ਕਿਹੜੀਆਂ ਨੇ? ਦੀ ਲੋਕੇਸ਼ਨ ਆਫ ਦੀ ਸੈਂਟਰ ਆਫ ਟਰੈਕਟਰ ਪੁੱਲ, ਦੀ ਲੋਕੇਸ਼ਨ ਆਫ ਦੀ ਸੈਂਟਰ ਆਫ ਟਰੈਕਟਰ ਪੁੱਲ। ਲੰਬਾ ਟੌਪਿਕ ਹੈ, ਇਹ 3 ਜਿਹੜੇ ਪਾਰਟਸ ਨੇ ਇਹ ਅਸੀਂ ਕਿਸੇ ਹੋਰ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ, ਕਿਉਂਕਿ ਇਹਦੇ 'ਚ ਇਹਨੂੰ ਕਵਰ ਨਹੀਂ ਕੀਤਾ ਜਾ ਸਕਦਾ, ਇਹਨਾਂ ਦਾ ਅਲੱਗ ਹੀ ਇੱਕ ਲੈਕਚਰ ਬਣੇਗਾ। ਇਹਦੇ 'ਚ ਕੀ ਹੈ ਕਿ ਵੀ ਤੁਹਾਨੂੰ ਸੈਂਟਰ ਆਫ ਟਰੈਕਟਰ ਪੁੱਲ ਦੀ ਲੋਕੇਸ਼ਨ ਜਿਹੜੀ ਹੈ ਉਹ ਪਤਾ ਹੋਏ, ਠੀਕ ਹੈ। ਉਹ ਕਿੱਦਾਂ ਕੱਢਦੇ ਹਾਂ, ਕਿੱਦਾਂ ਮੇਜਰ ਕਰਦੇ ਹਾਂ, ਉਹ ਅਸੀਂ ਨੈਕਸਟ ਲੈਕਚਰ 'ਚ ਡਿਸਕਸ ਕਰਨੀ ਹੈ। ਦੀ ਲੋਕੇਸ਼ਨ ਆਫ ਸੈਂਟਰ ਆਫ ਪਲੋ ਲੋਡ, ਦੀ ਲੋਕੇਸ਼ਨ ਆਫ ਦੀ ਲਾਈਨ ਆਫ ਡਰਾਫਟ ਬਿਟਵੀਨ ਟਰੈਕਟਰ ਐਂਡ ਪਲੋ। ਇਹ ਜਿਹੜੀਆਂ 3 ਚੀਜ਼ਾਂ ਨੇ ਇਹਨਾਂ ਬਾਰੇ ਇੱਕ ਅਲੱਗ ਲੈਕਚਰ ਦੇ ਵਿੱਚ ਡਿਸਕਸ ਕੀਤਾ ਜਾਏਗਾ। ਇਹ 3 ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਜਿਹਦੇ ਵਿੱਚ ਅਸੀਂ ਕੀ ਪੜ੍ਹਨਾ ਹੈ ਵੀ ਲੋਕੇਸ਼ਨ ਆਫ ਸੈਂਟਰ ਆਫ ਪੁੱਲ ਕੀ ਹੈ, ਲੋਕੇਸ਼ਨ ਆਫ ਸੈਂਟਰ ਆਫ ਪਲੋ ਲੋਡ ਕੀ ਹੈ, ਅਤੇ ਲੋਕੇਸ਼ਨ ਆਫ ਦੀ ਲਾਈਨ ਆਫ ਦੀ ਡਰਾਫਟ ਬਿਟਵੀਨ ਟਰੈਕਟਰ ਐਂਡ ਪਲੋ। ਇਹ 3 ਚੀਜ਼ਾਂ ਜੇ ਤੁਹਾਨੂੰ ਪਤਾ ਹੋਣਗੀਆਂ ਫਿਰ ਤੁਸੀਂ ਇੰਪਲੀਮੈਂਟ ਨੂੰ ਸਹੀ ਜਗ੍ਹਾ 'ਤੇ ਅਟੈਚ ਕਰ ਪਾਓਗੇ। ਜੇ ਇੰਪਲੀਮੈਂਟ ਸਹੀ ਜਗ੍ਹਾ 'ਤੇ ਅਟੈਚ ਹੋਏਗਾ ਤਾਂ ਫਿਰ ਹੀ ਆਪਾਂ ਉਹਦੇ ਕੋਲ ਸਹੀ ਤਰ੍ਹਾਂ ਕੰਮ ਲੈ ਸਕਦੇ ਹਾਂ, ਅਦਰਵਾਈਜ਼ ਉਹਦੇ ਕੋਲੋਂ ਸਹੀ ਤਰ੍ਹਾਂ ਕੰਮ ਨਹੀਂ ਲਿਆ ਜਾ ਸਕਦਾ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਟੌਪਿਕ ਅਸੀਂ ਡਿਸਕਸ ਕਰਾਂਗੇ, ਬਾਕੀ ਹੁਣ ਅਸੀਂ ਨੈਕਸਟ ਲੈਕਚਰ ਡਿਸਕਸ ਕਰਾਂਗੇ।